नज़दीक तो निकलण वाले ਬਿਆਸ डेरा बाबा नानक हाईवे ਤੇ ਚੱਲ ਰਹੇ ਕੰਮ ਨੂੰ ਲੈ ਕੇ ਮੁਸ਼ਕਲਾਂ ਆ ਰਹੀਆਂ ਸਨ। ਇਹਨਾਂ ਮੁਸ਼ਕਲਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਹਾਈਵੇ ਦੇ ਪ੍ਰੋਜੈਕਟ ਨੂੰ ਵਾਪਸ ਲਿਆ ਜਾਵੇ, ਲੇਕਿਨ ਇਸ ਪ੍ਰੋਜੈਕਟ ਦੇ ਵਾਪਸ ਹੋਣ ਦੇ ਨਾਲ ਇਲਾਕੇ ਦਾ ਭਾਰੀ ਨੁਕਸਾਨ ਹੋ ਸਕਦਾ ਸੀ, ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਸਨ ਉਹਨਾਂ ਦਰਮਿਆਨ ਇੱਕ ਅਹਿਮ ਮੀਟਿੰਗ ਬਟਾਲਾ ਦੇ ਚਾਹਲ ਕਲਾ ਪਿੰਡ ਦੇ ਵਿੱਚ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਇਸ ਪ੍ਰੋਜੈਕਟ ਤੇ ਰੋਕ ਲੱਗਣ ਦਾ ਫੈਸਲਾ ਵਾਪਸ ਲਿਆ ਗਿਆ ਤੇ ਜਿਹੜੇ ਕਿਸਾਨਾਂ ਨੂੰ ਕਿਸੇ ਕਾਰਨ ਬਸ ਮੁਆਵਜ਼ਾ ਨਹੀਂ ਮਿਲ ਪਾ ਰਿਹਾ ਉਹਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਮੁਹੱਈਆ ਕਰਵਾਉਣ ਦਾ ਵੀ ਵਿਸ਼ਵਾਸ ਦਿਵਾਇਆ ਗਿਆ। इस मीटिंग में पहुंचे नायब तहसीलदार लखविंदर सिंह, नैशनल हाईवे के अधिकारी सुकांत विश्वास और किसान आगुआं के दरमियान मीटिंग दौरान आ रही मुश्किलों को लैके विचार वटांदरा किया गया। इस मौके पर नैशनल हाईवे के अधिकारी सुकांत विश्वास, नायब तहसीलदार लखविंदर सिंह और किसान आगुआं ने दस्सिया कि इस प्रोजेक्ट को लैके मुश्किलां आ रही सन। इस प्रोजेक्ट को लैके 75% किसानों को उन्हां दी एक्वायर की गई जमीन का मुआवजा मिल चुका है और बाकी किसानों को मुआवजा किसानों के आपसी मुश्किलों करके नहीं मिल सकिया, जिस कारण कुछ किसान जथेबंदियों के वलों चल रहे कामों को बार बार रोक दिता जाता है, जिस कारण सरकार वलों फैसला लिया गया कि इस प्रोजेक्ट को रोक दिता जाए। उस करके मीटिंग की गई है, पर किसानों ने विश्वास दवाया कि इस प्रोजेक्ट को लैके अपनी ज़मीन देना चाहते हैं, पर रहिंदा मुआवजा भी उन्होंने दिता जाए। इस संबंधी नैशनल हाईवे अथॉरिटी के अधिकारी, नायब तहसीलदार ते किसानों ने की कहा वो तुहानूं सुना दिंदे हां। मीटिंग जी सानू तो सिर्फ इन्ना ही पता लगा भी कर्नल साहब ने बुलाया उत्थे ते सानू आ सुकांत जी हुणां ने दस्सिया वा कि उत्थे आओ जी, ते असीं उसे वेले जी पहुंचे इत्थे आण के सारी। हाँ जी, संबंध इहो जी रोड बंद हुंदा जिहड़ा ਉਹ ਜੇ ਰੋਡ ਦਾ ਡਿਵੈਲਪਮੈਂਟ ਜਿਹੜੀ ਹੋਣੀ ਆ ਉਹ ਨਹੀਂ ਹੋਣ ਦੇਣੀ ਜੀ, ਬੰਦ ਹੀ ਕਰ ਦੇਣਾ ਜੀ ਰੋਡ। ਤੇ ਆਹ ਤੇ ਕਰੋੜਾਂ ਰੁਪਏ ਲੈ ਲਿਆ ਜੀ, ਅਸੀਂ ਕਿੱਥੋਂ ਮੋੜਾਂਗੇ ਇਹਨਾਂ ਨੂੰ ਰੁਪਏ ਜੀ, ਉਹ ਅਸੀਂ ਨਹੀਂ ਮੋੜ ਸਕਦੇ ਜੀ। ਸਾਡੀ ਕੋਠੀ ਵੀ ਆਈ ਆ, ਪੈਲੀ ਵੀ ਆਈ ਆ, ਪੈਸੇ ਨਾ ਦਿੱਤੇ ਸਾਨੂੰ, ਆਹ ਕਬਜ਼ਾ ਦਿੱਤਾ ਉਹਦਾ ਇਹਨਾਂ ਨੂੰ ਜੀ। ਮਸਲਾ ਹੁਣ ਜਿਹੜੇ ਭਰਾਵਾਂ ਨੂੰ ਪੈਸੇ ਨਹੀਂ ਪੈਂਦੇ ਜਾਂ ਝਗੜਾ ਤੇ ਹੈਗਾ ਸਾਡੇ ਸਰਦਾਰਾਂ ਲੋਕਾਂ ਦਾ ਆਪਣਾ ਭਰਾਵਾਂ ਦਾ ਝਗੜਾ ਵਾ, ਪਰ ਉਹ ਹੁਣ ਦੱਸੋ ਜੀ ਦੂਜੇ ਅਫਸਰ ਕੀ ਕਰ ਸਕਦੇ ਆ? ਅਫਸਰ ਕੁਝ ਨਹੀਂ ਕਰ ਸਕਦੇ। ਅਫਸਰ ਇਹ ਕਰ ਸਕਦੇ ਆ ਮੌਕਾ ਤੇ ਆਉਣ, ਜਿਹਦਾ ਕਬਜ਼ਾ ਵਾ ਉਹਨੂੰ ਪੈਸੇ ਦੇਣ, ਜਾਂ ਜਿਹੜਾ ਵੀ ਕੋਈ ਹੱਲ ਕਰ ਸਕਦੇ ਨੇ ਉਹ ਅਫਸਰ ਕਰ ਸਕਦੇ ਨੇ, ਭਰਾਵਾਂ ਨੇ ਨਹੀਂ ਕਰਨਾ। ਜਿਸ ਭਰਾ ਦਾ ਨਹੀਂ ਕੁਛ ਆਉਂਦਾ ਵਿੱਚ ਉਹ ਜ਼ਿਆਦਾ ਰੌਲਾ ਪਾਉਂਦਾ ਤੇ ਉਹੀ ਬੰਦ ਕਰਾ ਦਿੰਦਾ। ਉਹ ਕਹਿੰਦਾ ਰੋਡ ਹੀ ਬੰਦ ਕਰ ਦਿਓ ਜੀ ਤੁਸੀਂ, ਵੀ ਸਾਨੂੰ ਤਾਂ ਕੱਖ ਮਿਲਿਆ ਨਹੀਂ, ਇਹਨਾਂ ਨੂੰ ਵੀ ਨਾ ਮਿਲ ਜਵੇ। ਕਿੰਨੇ ਫੀਸਦੀ ਕਿਸਾਨ ਨੇ ਜਿਹੜੇ ਚਾਹੁੰਦੇ ਆ ਕਿ ਰੋਡ ਬਣਨਾ? ਨਹੀਂ, ਰੋਡ ਤੇ ਵੇਖੋ ਜੀ ਸਾਰੇ ਹੀ ਚਾਹੁੰਦੇ ਆ, ਰੋਡ ਕਿਹੜਾ ਨਹੀਂ ਚਾਹੁੰਦਾ ਵੀ ਚੰਗਾ ਕੰਮ ਹੋ ਜੇ। ਰੋਡ ਸਾਰੇ ਚਾਹੁੰਦੇ ਆ, ਰੋਡ ਤੇ ਕੋਈ ਵੀ ਨਹੀਂ ਆਂਦਾ ਵੀ ਨਾ ਬਣੇ, ਪਰ ਜਿਹਦਾ ਨਹੀਂ ਕੁਛ ਆਉਂਦਾ ਉਹ ਆਂਦਾ ਜਿਵੇਂ ਰੋਡ ਬੰਦ ਹੋ ਜਾਵੇ। ਕਿੰਨੇ ਪੈਸੇ ਮਿਲੇ ਜੀ ਆਪਾਂ ਨੂੰ? ਕਿੰਨੇ ਵੇਖੋ ਪੈਸੇ ਮਿਲੇ, ਇੰਨੇ ਪੈਸੇ ਕਿਸੇ ਨੂੰ ਕਦੇ ਮਿਲੇ ਨਹੀਂ ਜੀ। ਕਿੰਨੇ ਫੀਸਦੀ ਕਿਸਾਨਾਂ ਨੂੰ ਜਿਹੜੇ ਪੈਸੇ ਮਿਲ ਗਏ? ਮੇਰਾ ਖਿਆਲ ਜੀ 80% ਹੀ ਹੋਣੇ ਆ ਜਿਹੜੇ ਮਿਲ ਗਿਆ, 10-20% ਹੀ ਰਹਿ ਗਏ ਆ ਸਾਰੇ ਜਿਨ੍ਹਾਂ ਨੂੰ ਨਹੀਂ ਮਿਲੇ। ਉਹਨਾਂ ਦਾ ਰੌਲਾ ਵਾ ਜਿਨ੍ਹਾਂ ਦਾ ਜੀ, ਰੰਗਲ ਨੰਗਲ ਮੇਰੇ ਰੌਲਾ ਵਾ ਜੀ ਆਪਣੇ ਪਿੰਡ ਹੀ। ਅਸੀਂ ਅੱਜ ਸਵੇਰੇ ਉੱਥੇ ਵੀ ਗਏ ਆ, ਪ੍ਰਧਾਨ ਕੋ ਵੀ ਗਏ ਆ ਵੀ ਪ੍ਰਧਾਨ ਸਾਹਿਬ ਜੀ ਬੈਠੀਏ, ਬਹਿ ਕੇ ਗੱਲ ਕਰੀਏ ਇਹਨਾਂ ਨਾਲ। ਜਿਹੜੇ ਕੋਈ ਨਹੀਂ ਮੰਨਦੇ ਉਹਨਾਂ ਦਾ ਅਸੀਂ ਸਾਥ ਕਿਉਂ ਦਈਏ ਜੀ? ਅਸੀਂ ਸਾਥ ਨਹੀਂ ਦੇ ਸਕਦੇ ਉਹਨਾਂ ਦਾ, ਕਿਉਂ ਦਈਏ ਸਾਥ ਅਸੀਂ ਜਦੋਂ ਇਹ ਸਾਡਾ ਸਾਥ ਨਹੀਂ ਦਿੰਦੇ? ਅਸੀਂ ਐਵੇਂ ਝੰਡੇ ਚੁੱਕ ਕੇ ਉੱਥੇ ਚਲੇ ਜਾਂਦੇ ਆ, ਕਿਉਂ ਜਾਈਏ ਫਿਰ ਅਸੀਂ? ਅੱਜ ਸਾਨੂੰ ਤੇ ਅਸੀਂ ਆਈ ਤੇ ਇਹਨਾਂ ਨੂੰ ਉਹਨਾਂ ਨੂੰ ਆਖਿਆ ਵਾੜ ਕੇ ਰੰਗਲ ਨੰਗਲ ਵਾਲਿਆਂ ਨੂੰ ਵੀ ਆਪਣਾ ਮਸਲਾ ਹੱਲ ਕਰੋ, ਬਹਿ ਜਾਓ, ਸਾਡੇ ਨਾਲ ਬਹਿਣਾ ਸਾਡੇ ਨਾਲ ਬਹਿ ਜਾਓ, ਅਫਸਰ ਸੱਦਣੇ ਆ ਉਹਨਾਂ ਨਾਲ ਬਹਿ ਜਾਓ ਤੇ ਮਸਲਾ ਹੱਲ ਕਰਕੇ ਆਪਣੇ ਆਪਣੇ ਜਿਹਦਾ ਥਾਂ ਉਹਦਾ ਉਹਨੂੰ ਪੈਸੇ ਪੈ ਜਾਣ ਤੇ ਬਾਕੀਆਂ ਨੂੰ ਰੋਡ ਬਣ ਦਿਓ ਜੀ ਤੁਸੀਂ। ਅੱਜ ਦੀ ਇਸ ਮੀਟਿੰਗ ਵਿੱਚ ਪਿੰਡ ਵਾਸੀ, ਸਰਪੰਚ, ਮੋਹਤਵਾਰ ਵਿਅਕਤੀ, ਆਪਣੇ DPRO ਸਾਹਿਬ, ਕੈਪਟਨ ਸਾਹਿਬ, ਹੋਰ ਵੀ ਪ੍ਰੈਸ ਵਾਲੇ ਹਾਜ਼ਰ ਆਏ ਆ। ਇਹਨਾਂ ਵਿੱਚ ਕਿਸਾਨਾਂ ਨੂੰ ਆਪ ਕਿਹਾ ਵੀ ਜੇ ਅਸੀਂ ਜਿਹਨਾਂ ਨੇ ਪੇਮੈਂਟ ਲੈ ਲਈ ਆ ਅਸੀਂ ਨਾਲ ਕਬਜ਼ਾ ਦਵਾਉਂਦੇ ਆ, ਜਿਹੜੇ ਰੋਕਦੇ ਆ ਉਹਨਾਂ ਨੂੰ ਰੋਕਾਂਗੇ ਵੀ ਅਸੀਂ ਤਾਂ ਪੇਮੈਂਟ ਲੈ ਲਈ, ਸਾਡੀ ਜ਼ਮੀਨ ਤੇ ਕਿਉਂ ਤੁਸੀਂ ਇੰਟਰਫੇਅਰ ਕਰਦੇ ਜੇ, ਉਹਨਾਂ ਨੂੰ ਸੜਕ ਬਣਾਉਣ ਦਿਓ। ਤੇ ਇਸ ਕਰਕੇ ਸਾਰੇ ਇਕੱਠੇ ਹੋਏ, ਇਹਨਾਂ ਨੇ ਆਪਣੇ ਪਿੰਡਾਂ 'ਚ ਮਤੇ ਵੀ ਦਿੱਤੇ ਇਹਨਾਂ ਨੇ ਪਾ ਕੇ ਜਿਨ੍ਹਾਂ ਨੂੰ ਪੇਮੈਂਟ ਮਿਲ ਗਈ ਉਹ ਤੁਹਾਡਾ ਕੋਆਪਰੇਟ ਕਰਨਗੇ, ਸੜਕ ਬਣਾਉਣ ਦੇ, नेशनल हाईवे का साथ देंगे, किसी कोई काम तो करन तो नहीं रोकणगे। इस मीटिंग में क्या था आपको पता है, ये प्रोजेक्ट हमारा चल रहा था ब्यास बटाला डेरा बाबा नानक, सरकार भारत सरकार की तरफ से 4 लेन करने के लिए। ये रिलीजियस एक प्रोजेक्ट था जो गुरु नानक देव जी हैं उनके 3 स्थानों को जोड़ने के लिए 550वां जब उनका उत्सव हुआ उस टाइम बाबा बकाला साहिब गुरु तेग बहादुर जी का स्थान है बटाला, और सबसे मेन करतारपुर कॉरिडोर। जब पाकिस्तान ने वहां जाने के लिए कॉरिडोर बना के परमिशन दी, उसके बाद से इस प्रोजेक्ट को लॉन्च किया गया कि सारे श्रद्धालु वहां जा सके।
उसी के रिगार्डिंग ये प्रोजेक्ट चल रहा था, 4 लेन बनाया जा रहा था। आप सबको पता है काम चल रहा था, लेकिन पिछले कुछ टाइम से पेमेंट होने के बाद जब कंस्ट्रक्शन कंपनी आई यहाँ काम करने के लिए, तो कई बार किसान यूनियन की या बहुत काफ़ी कुछ डिस्टर्बेंस यहाँ होने लगा। रिसेंटली लास्ट वीक बहुत ज़्यादा चाहल कला पिंड में डिस्टर्बेंस हुआ, जिस कारण से भारत सरकार ने ये प्रोजेक्ट बंद करने के लिए स्टेप लिया कि जब लोकल पब्लिक ही यहाँ की नहीं चाहती और लोकल लोग ही नहीं चाहते कि ये प्रोजेक्ट हो, तो फिर उससे बंद करने में ही फ़ायदा है। क्यों लोकल पब्लिक को हम परेशान करें, ठीक है ना। तो जब ये प्रोजेक्ट बंद करने के लिए वो किया, तो उसके बाद लोकल पब्लिक ने डीसी साहब से, डीआरओ साहब से जाके मुलाकात की, जो भी मता वगैरह पाके दिया, जो हमें कल बुलाया गया, बताया गया। उसके बाद हमसे वही बोला गया कि एक बार इस प्रोजेक्ट को अभी बंद ना करके दोबारा ओपन किया जाए। उसी के रिगार्डिंग पब्लिक ने आज यहाँ पे एक मीटिंग रखी, हम लोग भी आए यहाँ पे कि ठीक है, अगर पब्लिक चाहती है प्रोजेक्ट हो तो फिर हम प्रोजेक्ट करेंगे, क्योंकि ये पब्लिक का ही प्रोजेक्ट है। परसेंट लोगों ने सहमति जताई है कि ये प्रोजेक्ट बंद ना हो। देखिए, मैक्सिमम जितने पिंड आ रहे हैं, ठीक है ना, हमने रिटर्न में भी लेटर देखा है, पिंड के लोगों ने कल डीसी साहब को मता पाके दिया है लिखित में, और बाकी यहाँ के बाकी पिंड के लोग हैं, सबका आप स्टेटमेंट सुन ही चुके हैं। रिटर्न में 2-3 पिंड का लेटर रिटर्न में जा चुका है डीसी साहब के पास। उसके बाद ही कल हमें कॉल किया गया, वरना हम तो ये प्रोजेक्ट बंद करके हम बैठे हुए थे कि अब ये प्रोजेक्ट बंद हो रहा है। जब किसानों की सहमति ये कुछ हाँ। अब ये प्रोजेक्ट रेगुलर देखिए, अब जो है, क्योंकि ऊपर अब क्योंकि किसान चाहते हैं हो, अगर किसान सपोर्ट करें, जिनकी पहली में से ये हाईवे जा रहा है, 75 से 80% लोग पेमेंट ले चुके हैं, जितने लोग बैठे हैं, तो ठीक है, हम मानते 20% लोगों का पेमेंट का इशू है, उनको पेमेंट नहीं हुई, तो उनका देखिए साझे खाते का इशू है या जो भी इशू, उसको सॉर्ट आउट किया जाएगा। मान लीजिए थोड़ा उसमें टाइम लगता है, क्योंकि आपसी वो रेवेन्यू रिकॉर्ड उनका आपसी डिस्प्यूट है, उसको भी सॉर्ट आउट किया जाएगा। लेकिन कम से कम जो पेमेंट हो चुकी है 75 या 80%, कम से कम उस लैंड पे अगर वो लोग हमें काम करने देते हैं तो ये प्रोजेक्ट चलेगा। हम सरकार से दोबारा गुजारिश करेंगे, भारत सरकार से, कि इस प्रोजेक्ट को ओपन किया जाए, बंद ना किया जाए। किसी कारण हाँ। लोग 20% नहीं मान रहे, तो जो 80% लोगों ने पैसे लिए हैं उनका क्या किया जाएगा अगर बंद हो जाता है? देखिए, अगर ये प्रोजेक्ट बंद होता है तो जब पेमेंट लिया है लोगों ने, उसी टाइम सबने रिटर्न में एक लेटर दिया जाता है कि अगर ये सब नहीं होता है सक्सेस, या कोई भी पेमेंट में हमारी गलती निकलती है, तो रिकवरी की जाए। रिकवरी वो लास्ट ऑप्शन है, लेकिन हम चाहते हैं, और जब पब्लिक खुद चाहती है कि ये प्रोजेक्ट हो इनके डेवलपमेंट के लिए, क्योंकि मुझे जो लगता है शायद इस एरिया में, ये बॉर्डर एरिया, खैर सर ज़्यादा जानते हैं जो पुराने लोग हैं, मेरे ख्याल से 50-60 साल में पहली बार इस एरिया में, इतने बैकवर्ड एरिया में इतना कोई बड़ा प्रोजेक्ट आया है इस एरिया के डेवलपमेंट के लिए। देखो जी, ਅੱਜ ਦੀ ਜਿਹੜੀ ਮੀਟਿੰਗ ਸੀਗੀ ਉਹ ਇਹ ਸੀ ਕਿ ਕੁਝ ਦਿਨ ਪਹਿਲਾਂ ਕਿਸਾਨ ਯੂਨੀਅਨ ਵੱਲੋਂ ਜੋ ਇਹਨਾਂ ਦਾ ਪ੍ਰੋਜੈਕਟ ਦੀ ਡਿਵੈਲਪਮੈਂਟ ਤੇ ਕੰਮ ਚੱਲ ਰਿਹਾ ਸੀ, ਉਹਨੂੰ ਰੋਕਿਆ ਗਿਆ ਸੀਗਾ ਕਿ ਸਾਰਿਆਂ ਦੀ ਪੇਮੈਂਟ ਨਹੀਂ ਹੋਈ। ਜਿੰਨਾ ਚਿਰ ਪੇਮੈਂਟ ਨਹੀਂ ਹੋਊਗੀ ਉਹਨਾਂ ਚਿਰ ਤੱਕ ਅਸੀਂ ਕੰਮ ਨਹੀਂ ਚੱਲਣ ਦਿਆਂਗੇ। ਉਹਦੇ ਮੁਤਲਕ ਅੱਜ ਇੱਥੇ ਸਾਰਿਆਂ ਨੂੰ ਸੱਦਿਆ ਗਿਆ ਸੀ, ਜਿਹਦੇ ਵਿੱਚ ਸਾਰਿਆਂ ਨੂੰ ਸਮਝਾਇਆ ਗਿਆ ਕਿ ਇਹ ਜਿਹੜੀ ਰੋਡ ਹੈ ਇਹ ਬਹੁਤ ਸਾਡੇ ਇਲਾਕੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ, ਸਾਡੇ ਗੁਰਧਾਮਾਂ ਨੂੰ ਜੋੜਦੀ ਹੈ। ਇਹ ਬੇਨਤੀ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ, ਤੇ ਸੈਂਟਰ ਗਵਰਨਮੈਂਟ ਨੇ ਇਹ ਬੇਨਤੀ ਮੰਨਦੇ ਹੋਏ ਇਹ ਪ੍ਰੋਜੈਕਟ ਅਲਾਉ ਕੀਤਾ ਸੀ। ਇਹਦੇ ਵਿੱਚ ਸਾਡੇ ਇਲਾਕੇ ਦਾ ਬਹੁਤ ਵਿਕਾਸ ਨਾਲ ਸੰਬੰਧ ਹੈ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੇ ਨਾਲ ਇਹਦਾ ਲਿੰਕ ਹੈ। तो ਅੱਜ ਇਹ ਕੀਤਾ ਗਿਆ ਸੀ ਕਿ ਅਸੀਂ ਇਸ ਪ੍ਰੋਜੈਕਟ ਨੂੰ ਰੋਕਣਾ ਨਹੀਂ ਹੈ। 80-90% 80% ਪੇਮੈਂਟ ਹੋ ਚੁੱਕੀ ਹੈ। ਜਿਹੜੀ ਪੇਮੈਂਟ ਨਹੀਂ ਹੋਈ, ਕਿੰਨਾ ਕਾਰਨਾਂ ਕਰਕੇ ਨਹੀਂ ਹੋਈ, ਸਾਂਝੇ ਖਾਤੇ ਦਾ ਕੋਈ ਇਸ਼ੂ ਆ, ਤਹਿਸੀਲਦਾਰ ਸਾਹਿਬ ਇੱਥੇ ਨੇ, ਡੀਪੀਆਰਓ ਸਾਹਿਬ ਇੱਥੇ ਨੇ, ਆਫੀਸ਼ੀਅਲਸ ਆਏ ਨੇ ਰੈਵਨਿਊ ਡਿਪਾਰਟਮੈਂਟ ਦੇ, ਉਹਨਾਂ ਅੱਗੇ ਬੇਨਤੀ ਕੀਤੀ ਹੈ। ਤਹਿਸੀਲਦਾਰ ਸਾਹਿਬ ਨੇ ਨੋਟ ਵੀ ਕੀਤਾ ਕਿ ਉਹ ਡੀਸੀ ਸਾਹਿਬ ਨੂੰ ਦੱਸਣਗੇ ਕਿ ਇਹੋ ਜਿਹੀ ਕਮੇਟੀ ਬਣਾਈ ਜਾਵੇ ਜਿੱਥੇ ਆਫੀਸ਼ੀਅਲਸ ਵੀ ਹੋਣ, ਔਰ ਪਿੰਡ ਲੈਵਲ ਦੇ ਵੀ ਉਹਦੇ ਵਿੱਚ ਆਪਣੇ ਤਹਿਸੀਲ ਆਪਣੇ ਪਟਵਾਰੀ ਸਾਹਿਬ ਹੋਣ, ਗੁਰਦੌਰ ਸਾਹਿਬ ਹੋਣ, ਸਰਪੰਚ ਹੋਣ, ਲੰਬੜਦਾਰ ਹੋਣ, ਇਹ ਸਰਟੀਫਾਈ ਕਰਨ ਕਿ ਵਾਕਿਆ ਹੀ ਕਿਹਦਾ ਕਬਜ਼ਾ ਵਾ, ਜਿਹਦਾ ਕਬਜ਼ਾ ਵਾ, ਜਿਹਦਾ ਜੈਨੂਇਨ ਕਬਜ਼ਾ ਵਾ, ਉਹਨੂੰ ਪੇਮੈਂਟ ਹੋਏ। ਦੂਜਿਆਂ ਦੇ ਕੋਈ ਪ੍ਰੈਸ਼ਰ ਬਿਲਡਅਪ ਕੀਤਾ ਜਾਵੇ, ਕੋਈ ਦਾ ਸੋਲੂਸ਼ਨ ਕੱਢਿਆ ਜਾਵੇ, ਤਾਂ ਕਿ ਜਿਹੜਾ ਵਾ ਸਾਰਿਆਂ ਦੀ ਪੇਮੈਂਟ ਹੋ ਕੇ ਇਹ ਜਿਹੜਾ ਵਾ ਇਹ ਪ੍ਰੋਜੈਕਟ ਜਿਹੜਾ ਛੇਤੀ ਤੋਂ ਛੇਤੀ ਕੰਪਲੀਟ ਹੋਏ, ਕਿਉਂਕਿ ਇੱਕ ਪ੍ਰੋਜੈਕਟ ਸਾਡੇ ਵਾਸਤੇ, ਸਾਡੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਹੈ। ਬਟਾਲਾ ਤੋਂ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ, ਦ ਏਅਰ ਟੀਵੀ।